ਤੁਸੀਂ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਘਰਾਂ ਦੇ ਵਿੱਚ ਬੈਠੋਗੇ ਕਿ ਅਜੇ ਵੀ ਬਾਹਰ ਜਾ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੋਗੇ? ਪਰ ਇੱਕ ਚੇਤਾ ਜ਼ਰੂਰ ਰੱਖਿਆ ਜੇ ਕਿ ਤੁਹਾਡੀ ਮਾਨਤਾ ਅਕਾਲ ਤਖਤ ਸਾਹਿਬ ਵੱਲੋਂ ਰੱਦ ਹੋ ਚੁੱਕੀ ਹੈ। ਇਹ ਜਿਹੜੀਆਂ ਆ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਲੋਕਲ ਤੌਰ 'ਤੇ ਬੜੀਆਂ ਹੈਗੀਆਂ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹਨਾਂ ਨੂੰ ਕਿੱਦਾਂ ਰੱਦ ਕਰ ਦੂਗੇ? ਜੇ ਬਈ ਧਿੰਗਾ ਜੋਰੀ ਕਾਰਵਾਈਆਂ ਨੂੰ ਅਕਾਲ ਤਖਤ ਸਾਹਿਬ ਦਾ ਆਦੇਸ਼ ਕਹਿੰਦਾ ਵਾ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ, ਅਤੇ ਫਿਰ ਤੁਸੀਂ ਵੀ ਸਿੱਖ ਹਾਂ ਅਤੇ ਮੈਂ ਵੀ ਸਿੱਖ ਹਾਂ। ਨਾ ਸਤਿਕਾਰ ਕਮੇਟੀ ਰੱਖ ਲਈਏ, ਜੋ ਮਰਜ਼ੀ ਰੱਖ ਲਈਏ, ਜਾਂ ਤਾਂ ਫਿਰ ਇਹ ਸਿੱਖ ਹੋਣ ਦਾ ਵੀ ਹੱਕ ਖੋਲ੍ਹਣ ਸਾਡੇ ਕੋਲੋਂ, ਫਿਰ ਤਾਂ ਮੰਨਿਆ ਵੀ ਅਸੀਂ ਨਹੀਂ ਵਿਚਰ ਸਕਦੇ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਗੱਲ ਕੀਤੀ ਸੀ ਵੀ ਸ਼੍ਰੋਮਣੀ ਕਮੇਟੀ ਪਹਿਲਾਂ ਇਹ ਕੰਮ ਕਰੇ, ਕਿੰਨੇ ਸਵਰੂਪ ਨੇ ਪੰਜਾਬ ਦੇ ਅੰਦਰ, ਔਰ ਤੁਸੀਂ ਇਹ ਗੱਲ ਕੀਤੀ ਸੀ ਕਿ ਮੈਂ ਜਦੋਂ ਦੱਸਾਂਗਾ ਤੇ ਪੈਰਾਖੇਟੋਂ ਜ਼ਮੀਨ ਖਿਸਕ ਜਾਵੇਗੀ। ਮਖੂ ਸ਼ਹਿਰ, ਪਿੰਡ ਜਾਂ ਸ਼ਹਿਰ ਕਸਬੇ ਵਿੱਚ ਇੱਕ ਬਾਠਾਂ ਵਾਲਾ ਬਾਬੇ ਦਾ ਗੁਰਦੁਆਰਾ ਹੈਗਾ, 100 ਤੋਂ ਉੱਪਰ ਸਰੂਪ ਆ ਉੱਥੇ। ਅਤੇ ਹੁਣ ਇੱਕ ਦਿੱਲੀ 'ਚ ਪ੍ਰੈਸ ਲੱਗੀ ਆ, ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ 16 ਪਾਵਨ ਸਰੂਪ ਰੋਜ਼ਾਨਾ ਛਾਪਦੀ ਆ। 16 ਕਿੱਥੇ ਜਾਂਦੇ ਆ? ਕਿ ਗੁਰਦੁਆਰੇ ਵੱਧ ਗਏ? ਜਨਸੰਖਿਆ ਐਡੀ ਤੇਜ਼ੀ ਨਾਲ ਵੱਧ ਗਈ ਦੀ ਇੰਨੇ ਸਰੂਪਾਂ ਦੀ ਲੋੜ ਆ? ਸਤਿਕਾਰ ਦੀ, ਮਾਨ ਮਰਿਆਦਾ ਦੀ, ਪਰ ਤੁਹਾਡੇ ਤੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਕਿ ਸਤਿਕਾਰ ਕਮੇਟੀਆਂ ਵਾਲੇ ਸ਼ਾਇਦ ਇਹ ਜਿਹੜੇ ਸਰੂਪ ਜਬਰੀ ਲੈ ਕੇ ਆਉਂਦੇ ਨੇ, ਵੇਚ ਦਿੰਦੇ ਨੇ ਜਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਦੇ ਦਿੰਦੇ ਹੋਣ। ਮੇਰੇ ਉੱਪਰ ਕਹਿਣ ਵਾਲੇ ਸੱਜਣ ਇਹ ਦੋਸ਼ ਸਾਬਤ ਕਰ ਦੇਣ, ਬਸ ਖਾਲੀ ਦੱਸ ਦੇਣ ਕਿੱਥੇ ਵੇਚਿਆ ਸੁਖਜੀਤ ਸਿੰਘ ਨੇ, ਕਿੱਥੇ ਦਰਿਆ 'ਚ ਰੁੜਿਆ ਅਤੇ ਕਿੱਥੇ ਬੇਅਦਬੀ ਕਰਨ ਵਾਲੇ ਨੂੰ ਦਿੱਤਾ। ਬੰਦੇ 5 ਭੇਜਣੇ 5, 2 ਭੇਜਣੇ 2, ਭਾਈ ਇਹਨਾਂ ਦੇ ਸਿਰ ਵੱਢ ਕੇ ਲੈ ਜਾਣ ਬਸ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾਂ ਕਿਸੇ ਨਾ ਕਿਸੇ ਨਵੇਂ ਚਿਹਰੇ ਦੇ ਨਾਲ। ਕਈ ਵਾਰੀ ਉਹ ਸਾਡੇ ਅਕਾਲ ਚੈਨਲ ਦੇ ਵਿਹੜੇ ਨੂੰ ਭਾਗ ਲਾਉਂਦੇ ਆ ਜਾਂਦੇ ਨੇ, ਕਦੀ ਉਹਨਾਂ ਦੇ ਵਿਹੜੇ ਦੇ ਵਿੱਚ ਅਸੀਂ ਆਪਣੀ ਟੀਮ ਲੈ ਕੇ ਦਸਤਕ ਦੇ ਦਿੰਦੇ ਹਾਂ। ਬੜਾ ਚੰਗਾ ਲੱਗਦਾ ਹੈ, ਬੜੀਆਂ ਸਾਂਝਾਂ ਬਣਦੀਆਂ ਨੇ, ਬੜਾ ਗਿਆਨ ਮਿਲਦਾ ਹੈ, ਤਰ੍ਹਾਂ ਦੇ ਵਿਸ਼ੇ ਹੁੰਦੇ ਨੇ, ਅਨੇਕ ਪ੍ਰਕਾਰ ਦੀਆਂ ਸ਼ਖਸੀਅਤਾਂ ਹੁੰਦੀਆਂ ਨੇ। ਕਈ ਵਾਰੀ ਤਾਂ ਇੰਝ ਲੱਗਦਾ ਕਿ ਬਹੁਤ ਵੱਡੀ ਐਜੂਕੇਸ਼ਨ ਪ੍ਰਾਪਤ ਕਰ ਰਹੇ ਹਾਂ ਅਨੇਕਾਂ ਸ਼ਖਸੀਅਤਾਂ ਦੇ ਨਾਲ। ਕੌਮੀ ਮੁੱਦਿਆਂ ਬਾਰੇ ਜਾਣਕਾਰੀ ਮਿਲਦੀ ਪਈ ਹੈ, ਕੌਮ ਦੇ ਹਾਲਾਤਾਂ ਬਾਰੇ ਜਾਣਕਾਰੀ ਮਿਲਦੀ ਪਈ ਹੈ, ਪੋਲੀਟੀਕਲ ਜਾਣਕਾਰੀਆਂ ਪ੍ਰਾਪਤ ਹੋ ਜਾਂਦੀਆਂ ਨੇ, ਰੁਕਾਵਟਾਂ ਕਿੱਥੇ ਨੇ ਸਾਰਾ ਕੁਝ ਪਤਾ ਲੱਗ ਜਾਂਦਾ। ਖੈਰ, ਆਉਣ ਵਾਲੇ ਦਿਨਾਂ ਦੇ ਅੰਦਰ ਇਹ ਸਾਰਾ ਤਜਰਬਾ ਇਕੱਠਾ ਕਰਕੇ ਕੁਝ ਨਵਾਂ ਕਰਨ ਦਾ ਅਗੇਤਰਾ ਯਤਨ ਕਰਾਂਗੇ। ਖੈਰ, ਅੱਜ ਮੈਂ ਪਿੰਡ ਖੋਸਾ ਵਿਖੇ ਪਹੁੰਚਿਆ ਮੈਂ ਵੀਰ ਸੁਖਜੀਤ ਸਿੰਘ ਖੋਸਾ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਸਤਿਕਾਰ ਕਮੇਟੀ ਕਰਕੇ ਜਾਣਦੇ ਹੋ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਿੱਥੇ ਬੇਅਦਬੀ ਹੋ ਜਾਂਦੀ ਹੈ ਪਹੁੰਚਦੇ ਨੇ, ਜਿੱਥੇ ਕੋਈ ਸਤਿਕਾਰ ਨਹੀਂ ਹੁੰਦਾ ਉੱਥੇ ਵੀ ਪਹੁੰਚਦੇ ਨੇ। ਆਓ ਸਤਿਕਾਰ ਕਮੇਟੀ ਤੋਂ ਵੀਰ ਸੁਖਜੀਤ ਸਿੰਘ ਖੋਸਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਵੀਰ ਜੀ ਦਾ ਜਿਉਂ ਆਖਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਜੀ ਤੁਹਾਡਾ ਪ੍ਰੋਗਰਾਮ ਵਿੱਚ। ਤੁਹਾਡਾ ਵੀ ਧੰਨਵਾਦ ਆ ਜੀ, ਤੁਸੀਂ ਕਿਉਂਕਿ ਵੱਡੀਆਂ ਸ਼ਖਸੀਅਤਾਂ ਨੂੰ ਚੈਨਲ 'ਤੇ ਲੈ ਕੇ ਆਉਂਦੇ ਹੋ ਅਤੇ ਨਾਲ ਦੀ ਨਾਲ ਗਰੀਬਾਂ ਨੂੰ ਵੀ ਜਿਹੜੀ ਉਹ ਵੰਡ ਕੇ ਛਕਣ ਵਾਲੀ ਉਹ ਭੁੱਲਦੇ ਨਹੀਂ, ਸਾਨੂੰ ਨਿਮਾਣਿਆਂ ਨੂੰ ਮਾਣ ਦਿੰਦੇ ਹੋ। ਤੁਹਾਡਾ ਧੰਨਵਾਦ। ਬਿਲਕੁਲ, ਤੁਹਾਡੀ ਗੱਲ ਠੀਕ ਹੈ, ਪਰ ਇੱਥੇ ਮੈਂ ਥੋੜ੍ਹਾ ਜਿਹਾ ਰਮਤਾ ਦੇ ਵਿੱਚ ਦੱਸ ਦਿਆਂ। ਇਹ ਅਕਾਲ ਚੈਨਲ ਅਕਾਲ ਤਖਤ ਸਾਹਿਬ ਤੋਂ ਚੱਲਿਆ ਅਤੇ ਕੋਸ਼ਿਸ਼ ਇਹ ਹੁੰਦੀ ਹੈ ਵੀ ਹਰ ਇਨਸਾਨ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਅਸੀਂ ਇੱਕ ਮੰਚ ਦੇ ਦਿੰਦੇ ਹਾਂ, ਉੱਥੇ ਗੱਲ ਆਪਣੀ ਰੱਖ ਸਕਦਾ ਹੈ। ਵੀਰ ਸੁਖਜੀਤ ਸਿੰਘ ਖੋਸਾ ਜੀ, ਤੁਹਾਨੂੰ ਸਤਿਕਾਰ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ। ਜਿੱਥੇ ਕਿਤੇ ਬੇਅਦਬੀ ਹੁੰਦੀ ਹੈ ਤੁਸੀਂ ਕਹਿੰਦੇ ਸਤਿਕਾਰ ਕਮੇਟੀ ਦੇ ਸਿੰਘ ਆ ਗਏ ਜੀ, ਅਸੀਂ ਦੱਸਾਂਗੇ ਸਤਿਕਾਰ ਕਿਵੇਂ ਕਰਨਾ ਹੈ, ਇੱਥੇ ਆਹ ਕੁਛ ਹੋ ਰਿਹਾ। ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਆਇਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ, ਅਤੇ ਤੁਹਾਡੀ ਉਹ ਮਾਨਤਾ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ। ਹੁਣ ਤੁਸੀਂ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਘਰਾਂ ਦੇ ਵਿੱਚ ਬੈਠੋਗੇ ਕਿ ਅਜੇ ਵੀ ਬਾਹਰ ਜਾ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੋਗੇ? ਪਰ ਇੱਕ ਚੇਤਾ ਜ਼ਰੂਰ ਰੱਖਿਆ ਜੇ ਕਿ ਤੁਹਾਡੀ ਮਾਨਤਾ ਅਕਾਲ ਤਖਤ ਸਾਹਿਬ ਵੱਲੋਂ ਰੱਦ ਹੋ ਚੁੱਕੀ ਹੈ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਸਵਾਲ ਆ ਤੁਹਾਡਾ, ਅੱਛਾ ਆ, ਪਰੰਤੂ ਮੈਂ ਤੁਹਾਡੇ ਗਿਆਤ ਵਿੱਚ ਅਤੇ ਸੁਣਨ ਵਾਲਿਆਂ ਸਰੋਤਿਆਂ ਨੂੰ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ
ਕਿ ਇਹ ਜਿਹੜਾ ਬਿਆਨ ਆ ਇਹ ਤੱਥਾਂ ਤੋਂ ਅਧੂਰਾ ਬਿਆਨ ਵਾ। ਮੇਰਾ ਖਿਆਲ ਸ਼ਾਇਦ ਉਹ ਗੁਰਮੁਖ ਪਿਆਰੇ PhD ਕਰ ਰਹੇ ਆ, ਪਰ ਉਹਨਾਂ ਨੇ ਇਹ ਖਿਆਲ ਨਹੀਂ ਰੱਖਿਆ ਵੀ ਮਾਨਤਾ ਉਸ ਚੀਜ਼ ਦੀ ਰੱਦ ਕਰ ਸਕਦੇ ਹੋ ਜਿਹਨੂੰ ਤੁਸੀਂ ਨਿਯੁਕਤ ਕੀਤਾ ਹੋਵੇ, ਜਿਹਨੂੰ ਤੁਸੀਂ ਕੋਈ ਨਿਯੁਕਤੀ ਪੱਤਰ ਦਿੱਤਾ ਹੋਵੇ। ਅਤੇ ਹੁਣ ਇੱਕ ਗੱਲ ਕਲੀਅਰ ਕਰਨੀ ਬਣਦੀ ਆ ਵੀ ਇੱਥੇ ਮੈਂ ਅਗਲੇ ਪਲ 'ਚ ਦੱਸਦਾ ਵਾਂ, ਸਤਿਕਾਰ ਕਮੇਟੀ ਦੀ ਕੋਈ ਨਿਯੁਕਤੀ ਪੱਤਰ ਅਕਾਲ ਤਖਤ ਸਾਹਿਬ ਤੋਂ ਨਹੀਂ ਹੋਇਆ ਸੀਗਾ, ਇਸ ਕਰਕੇ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਰੱਦ ਕਰਨ ਦਾ। ਇਹ ਜਿਹੜੀਆਂ ਆ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਲੋਕਲ ਤੌਰ 'ਤੇ ਬੜੀਆਂ ਹੈਗੀਆਂ ਆ, ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹਨਾਂ ਨੂੰ ਕਿੱਦਾਂ ਰੱਦ ਕਰ ਦੂਗੇ? ਪਰ ਕਿਤੇ ਨਾ ਕਿਤੇ ਆਦੇਸ਼ ਸੰਦੇਸ਼ ਤੇ ਇਹਨਾਂ ਤੇ ਅਕਾਲ ਤਖਤ ਸਾਹਿਬ ਦਾ ਨਾ, ਉਹ ਤੇ ਪੰਜਾਬ ਸਰਕਾਰ ਦਾ ਨਹੀਂ ਚੱਲਣਾ। ਬਾਬਾ ਜੀ ਆਉਨੇ ਆ ਜੀ, ਇੱਥੇ ਵੀ ਆਉਨੇ ਆ। ਹੁਣ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਰੀ ਕਰਨ ਵਾਸਤੇ ਇਹ ਤਾਂ ਨਹੀਂ ਕਿਹਾ ਗਿਆ ਵੀ ਇਕੱਲੀਆਂ ਸਤਿਕਾਰ ਕਮੇਟੀਆਂ ਹੀ ਲਾਗੂ ਕਰਾਉਣਗੀਆਂ। ਉਹਦੇ 'ਤੇ ਲਿਖਿਆ 2001 ਦਾ ਹੁਕਮਨਾਮਾ, ਹੋਰ ਵੀ ਹੁਕਮਨਾਮੇ ਪੜ੍ਹ ਲਓ। ਅੱਜ ਤੋਂ ਕੁਝ ਸਮਾਂ ਜਿਹੜੇ ਪਹਿਲਾਂ ਹੁਕਮਨਾਮੇ ਜਾਰੀ ਹੁੰਦੇ ਸੀ, ਉਹ ਆਦੇਸ਼ ਹੁੰਦੇ ਸੀ, ਉਹਦੇ 'ਤੇ ਲਿਖਿਆ ਜਾਂਦਾ ਸੀ ਕਿ ਇਹ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਆਦੇਸ਼ ਲਾਗੂ ਕਰਵਾਏ ਜਾਣਗੇ। ਮਤਲਬ ਉਹਦਾ ਸੀ ਵੀ ਉਹ ਕਰਾਉਣਗੇ ਅਕਾਲ ਤਖਤ ਸਾਹਿਬ ਵਾਲੇ। ਹੁਣ ਦੇ ਨਵੇਂ ਜਿਹੜੇ ਆਦੇਸ਼ ਹੁੰਦੇ ਆ ਇਹ ਕੁਝ ਸਮੇਂ ਤੋਂ ਕਿ ਧਿੰਗਾਜੋਰੀ ਕਾਰਵਾਈਆਂ ਨੂੰ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ। ਅਤੇ ਜੇ ਬਈ ਧਿੰਗਾਜੋਰੀ ਕਾਰਵਾਈਆਂ ਨੂੰ ਅਕਾਲ ਤਖਤ ਸਾਹਿਬ ਦਾ ਆਦੇਸ਼ ਕਹਿੰਦਾ ਵਾ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ, ਅਤੇ ਫਿਰ ਤੁਸੀਂ ਵੀ ਸਿੱਖ ਹਾਂ ਅਤੇ ਮੈਂ ਵੀ ਸਿੱਖ ਹਾਂ। ਨਾ ਸਤਿਕਾਰ ਕਮੇਟੀ ਰੱਖ ਲਈਏ, ਜੋ ਮਰਜ਼ੀ ਰੱਖ ਲਈਏ, ਜਾਂ ਤਾਂ ਫਿਰ ਇਹ ਸਿੱਖ ਹੋਣ ਦਾ ਵੀ ਹੱਕ ਖੋਹ ਲੈਣ ਸਾਡੇ ਕੋਲੋਂ, ਫਿਰ ਤਾਂ ਮੰਨਿਆ ਵੀ ਅਸੀਂ ਨਹੀਂ ਵਿਚਰ ਸਕਦੇ। ਅਤੇ ਇੱਦਾਂ ਤਾਂ ਔਖਾ ਕੰਮ ਆ। ਇੱਦਾਂ ਤਾਂ ਅਸੀਂ ਵੀ ਸਿੱਖ ਹੈਗੇ ਹਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ ਅਸੀਂ ਤਾਂ ਨਹੀਂ ਹਟਣਾ, ਅਸੀਂ ਤਾਂ ਜਾਣਾ ਵਾ। ਪਰ ਜਦੋਂ ਉਹਨਾਂ ਨੇ ਇਹ ਗੱਲ ਬਿਆਨ ਦੇ ਵਿੱਚ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਿੰਘਾਂ ਦੀ ਇੱਕ ਬੋਡੀ ਬਣਾਈ ਜਾਏਗੀ, ਉਹ ਜਾਇਆ ਕਰਨਗੇ, ਦੇਖਣਗੇ, ਉਹ ਸ਼ਿਕਾਇਤ ਅਕਾਲ ਤਖਤ ਸਾਹਿਬ ਦੇ ਉੱਪਰ ਕਰਨਗੇ, ਫੈਸਲਾ ਅਕਾਲ ਤਖਤ ਸਾਹਿਬ ਕਰੇਗਾ ਜੀ। ਹਰ ਗੱਲ ਦੀ ਜਿਹੜੀ ਚੀਰ ਫਾੜ ਕੀਤੀ ਜਾਂਦੀ ਆ, ਹਰ ਗੱਲ ਧਿਆਨ ਮੰਗਦੀ ਹੈ ਵੀ ਨੁਕਤਾ ਨਿਗਾਹ ਦੀ ਗੱਲ ਹੈ। ਸ਼੍ਰੋਮਣੀ ਕਮੇਟੀ ਦੀ ਤਿਆਰ ਬਰ ਤਿਆਰ ਸਿੰਘਾਂ ਦੀ ਅੰਮ੍ਰਿਤਧਾਰੀ ਅਤੇ ਅੱਗੇ ਸਾਰੇ ਬੇਅਮ੍ਰਿਤੀਏ ਭਰਤੀ ਕੀਤੇ ਹੋਏ ਸ਼੍ਰੋਮਣੀ ਕਮੇਟੀ 'ਚ ਤਿਆਰ ਬਰ ਤਿਆਰ ਨਹੀਂ ਗਏ। ਇਹ ਖਦਸ਼ਾ ਆ। ਇਹਦਾ ਮਤਲਬ ਦੂਜੇ ਵੀ ਫਿਰ ਸਿੰਘ ਸਾਹਿਬ ਨੇ ਸਹੀ ਅੰਦਾਜ਼ਾ ਲਾਇਆ। ਇਹ ਕਲੀਅਰ ਕਰ ਦੇਣ ਦੂਜੇ ਬੰਦੇ ਭਰਤੀ ਕੀਤੇ ਆ ਕੋਈ ਵਿੱਚ ਜਿਹੜੇ ਬਿਨਾਂ ਅੰਮ੍ਰਿਤ ਤੋਂ ਆ। ਇੱਥੇ ਤਾਂ ਪਹਿਲੀ ਹੈਗੀ ਆ ਕੰਡੀਸ਼ਨ ਵੀ ਪੰਜ ਬਾਣੀਆਂ ਦਾ ਨਿਤਨੇਮੀ ਹੋਵੇ, ਅੰਮ੍ਰਿਤਧਾਰੀ ਹੋਵੇ, ਸਾਰੀ ਗੱਲ ਹੋਵੇ, ਉਹ ਅੰਗੂਠੇ ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਸਾਰੀ ਗੱਲ ਵੀ ਨਾ ਕਿਸੇ ਦਾ ਪਤਤ ਨਾ ਹੋਵੇ। ਅਤੇ ਫਿਰ ਤਾਂ ਬੜੀ ਵੱਡੀ ਗੱਲ ਹੋ ਗਈ। ਇਹ ਅੱਜ 2020 'ਚ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਆ, ਅਤੇ ਫਿਰ ਚਿੰਤਾ ਦਾ ਵਿਸ਼ਾ ਵਾ ਜੀ ਬਹੁਤ। ਅਤੇ ਹੁਣ ਵੇਖਣਾ ਹੋਊਗਾ ਵੀ ਉਹ ਕਿੱਦਾਂ ਹੁੰਦੀ ਆ ਗੱਲ। ਪਰ ਦੇਖੋ ਇੱਕ ਬੜੇ ਧਿਆਨ ਨਾਲ ਸਮਝਿਆ ਜੇ, ਕਰਨੀ ਤੇ ਸੇਵਾ ਹੀ ਆ ਨਾ। ਹੁਣ ਜੇ ਉਹ ਕਾਰਜ ਹੁਣ ਸਖਜੀ, ਹੁਣ ਸਾਡੀ ਇੱਕ ਬੜੀ ਵੱਡੀ ਪ੍ਰੋਬਲਮ ਆ ਵੀ ਹੈ ਤੇ ਸੱਚ ਹੈ, ਪਰ ਕਿਹਾ ਮੇਰੇ ਵਿਰੋਧੀ ਨੇ ਆ। ਮੈਂ ਕਹਿਣਾ ਹੁੰਦਾ ਵੀ ਵਿਰੋਧੀ ਦੇ ਚੰਗੇ ਕੰਮਾਂ ਨੂੰ ਵੀ ਮਾਨਤਾ ਦੇਣੀ ਚਾਹੀਦੀ ਹੈ। ਇਹ ਤਾਂ ਮੰਨਦੇ ਹੋ? ਹੁਣ ਜੇ ਮੰਨ ਲਓ ਅਕਾਲ ਤਖਤ ਸਾਹਿਬ ਸਾਡਾ ਵਿਰੋਧੀ ਨਹੀਂ, ਅਕਾਲ ਤਖਤ ਸਾਹਿਬ ਸਾਡੀ ਬੜੀ ਸਿਰਮੌਰ ਸੰਸਥਾ ਹੈ, ਅਤੇ ਜੇ ਜਥੇਦਾਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਸਾਡੀ ਜਿਹੜੀ ਤਿਆਰ ਬਰ ਤਿਆਰ ਟੀਮ ਹੈ ਉਹ ਜਾ ਕੇ ਸਾਰਾ ਦੇਖੇਗੀ, ਅਤੇ ਤੁਹਾਨੂੰ ਕੀ ਦਿੱਕਤ ਹੈ? ਹੋਣੀ ਤਾਂ ਸੇਵਾ ਹੀ ਚਾਹੀਦੀ ਹੈ ਨਾ, ਤੁਸੀਂ ਸਗੋਂ ਨਾਲ ਸਹਿਯੋਗ ਕਰੋ। ਜਿਹੜਾ ਤੁਹਾਡਾ ਸਵਾਲ ਹੁੰਦਾ ਜੀ ਮੈਂ ਉਹਦਾ ਜਵਾਬ ਦੇ ਰਿਹਾ। ਤੁਸੀਂ ਸ਼ਾਇਦ ਮੈਨੂੰ ਨਹੀਂ ਪਤਾ ਭੁੱਲ ਜਾਂਦੇ ਕੀ ਗੱਲ, ਮੈਂ ਉਹਦਾ ਜਵਾਬ ਦੇਈ ਜਾਂਦਾ, ਮੈਂ ਇਹਦਾ ਵੀ ਜਵਾਬ ਦਊਂਗਾ ਜੀ। ਕੋਈ ਤਕਲੀਫ ਹੀ ਨਹੀਂ ਹੈਗੀ। ਤੁਸੀਂ ਹੁਣ ਬੇਰ ਸਾਹਿਬ ਜਾਂਦੇ ਹੀ ਅਕਸਰ, ਉੱਥੇ ਹਜ਼ਾਰਾਂ ਸੰਗਤਾਂ ਸੇਵਾ ਕਰਦੀਆਂ ਵਾ, ਦਰਬਾਰ ਸਾਹਿਬ ਵੀ ਹਜ਼ਾਰਾਂ ਕਰਦੀਆਂ। ਜਦੋਂ ਕੌਲੇ ਜੂਠੇ ਫੜੀਦੇ ਆ, ਜਦੋਂ ਜ਼ਿਆਦਾ ਸੰਗਤ ਹੁੰਦੀ ਲੈਣ ਲੱਗ ਜਾਂਦੀ ਹੈ, ਇੱਕ ਕੌਲਾ ਕੋਈ ਫੜ ਕੇ ਲਿਆਉਂਦਾ, ਕੋਈ 2 ਲਿਆਉਂਦਾ, ਕੋਈ 3 ਲਿਆਉਂਦਾ, ਕੋਈ ਅੱਗੇ ਰੱਖਣ ਚੱਲ ਜਾਂਦਾ ਨਾ, ਵੰਡੀ ਜਾਂਦੇ, ਕਿਸੇ ਨੂੰ ਕੋਈ ਨਫ਼ਰਤ ਨਹੀਂ। ਬਣ ਜਾਏ ਕਰਨ ਸੇਵਾ, ਪਰੰਤੂ ਜੇ ਨਵੀਂ ਬਣੀ ਜਥੇਬੰਦੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ, ਹੁਕਮਨਾਮਿਆਂ ਨੂੰ ਨਸਤੋ ਬਨੂਤ ਕਰਨ ਦੀ ਨੀਤ ਨਾਲ ਮੰਦਰਾਂ 'ਚ, ਖਾਨਗਾਹਾਂ 'ਚ, ਮੜੀਆਂ 'ਚ, ਕਬਰਾਂ 'ਚ ਟੈਂਟ ਲਾ ਕੇ, ਕੰਧਾਂ ਕਰਵਾ ਕੇ, ਅਤੇ ਜਾਂ ਜਠੇਰਿਆਂ ਨੂੰ ਗੁਰੂ ਨਾਨਕ ਦਰਬਾਰ ਅਤੇ ਸ਼ਹੀਦਾਂ ਦੇ ਸਥਾਨ ਕਹਿ ਕੇ ਕਰਨ ਦੀ ਕੋਸ਼ਿਸ਼ ਕਰੂਗੀ। ਇਹ ਨਹੀਂ ਜੀ ਹੋਣਾ।
ਜਰਿਆ ਨਹੀਂ ਜਾਣਾ। ਫਿਰ ਭਾਵੇਂ ਸਾਨੂੰ ਜੰਡ ਨਾ ਬੰਨ੍ਹ ਕੇ ਸਾੜ ਦੇਣ, ਫਿਰ ਅਸੀਂ ਜਾ ਕੇ ਸਿਰ ਦੇਵਾਂਗੇ। ਇਹਨੂੰ ਸਿੱਧੇ ਸ਼ਬਦਾਂ ਵਿੱਚ ਕਹਾਂਗੇ ਵੀ ਤੁਸੀਂ ਆਪਣੀ ਉਹ ਚੀਜ਼ ਛੱਡਣ ਨੂੰ ਤਿਆਰ ਨਹੀਂ ਹੋ। ਛੱਡਣ ਨੂੰ ਕਿਉਂ ਨਹੀਂ ਤਿਆਰ? ਛੱਡਣ ਨੂੰ ਤਿਆਰ ਹਾਂ, ਛੱਡ ਦਿੱਤਾ। ਤੁਸੀਂ ਸੇਵਾ ਕਰੋ, ਪਰ ਆਪਣੀ ਉਹ ਜਿਹੜੇ ਅਹੁਦੇ ਉਹ ਛੱਡ ਦਿਓ ਨਾ। ਵੇਖੋ ਅਹੁਦਾ ਹੈ ਹੀ ਨਹੀਂ। ਮੈਂ ਤਾਂ ਪਹਿਲਾਂ ਹੀ ਜਦੋਂ ਆਪਾਂ ਇਕੱਠੇ ਹੋਏ ਸੀ, ਮੈਂ ਪ੍ਰਧਾਨ ਸ਼ਬਦ ਤੋਂ ਮੈਨੂੰ ਨਫ਼ਰਤ ਆ। ਆਪਾਂ ਮੁੱਖ ਸੇਵਾਦਾਰ ਕਹਿੰਦੇ ਆ। ਉਹ ਵੀ ਮੀਡੀਆ ਵਾਲੇ ਵੀਰ ਕਈ ਵਾਰ ਲਿਖ ਦਿੰਦੇ ਆ, ਵੈਸੇ ਚਾਹੀਦੇ ਨਹੀਂ। ਆਪਾਂ ਤਾਂ ਸੇਵਾਦਾਰ ਸਿਸਟਮ ਰੱਖਿਆ ਸੀਗਾ। ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸੇਵਾਦਾਰ ਭਾਜੀ ਘਰੋਂ ਤਾਂ ਸਾਰੇ ਸੇਵਾ ਕਰਨ ਹੀ ਆਉਂਦੇ ਆ। ਇੱਥੇ ਪਿਛਲੇ ਦਿਨਾਂ ਦੇ ਵਿੱਚ ਮੇਰਾ ਜੋੜੇ ਦਾ ਟੋਕਨ ਗੁੰਮ ਹੋ ਗਿਆ। ਮੈਂ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਸਾਂ, ਜੋੜੇ ਦਾ ਟੋਕਨ ਗੁੰਮ ਹੋ ਗਿਆ, ਤਾਂ ਮੈਂ ਕੁਦਰਤੀ ਤੌਰ ਦੇ ਉੱਪਰ ਉੱਥੇ ਚਲਾ ਗਿਆ। ਮੈਂ ਕਿਹਾ ਭਾਜੀ ਵੈਸੇ ਕਹਿੰਦੇ ਪ੍ਰਧਾਨ ਜੀ ਨੂੰ ਮਿਲ ਲਓ। ਮੈਂ ਕਿਹਾ ਵੀ ਪ੍ਰਧਾਨ ਲੰਗੋਲ ਨੂੰ ਮਿਲਣਾ ਪੈਣਾ? ਨਹੀਂ ਸਾਡੇ ਜੋੜਾ ਘਰ ਦਾ ਪ੍ਰਧਾਨ। ਮੈਂ ਕਿਹਾ ਅੱਛਾ ਇੱਥੇ ਵੀ ਪ੍ਰਧਾਨ ਚੁਣਿਆ ਹੋਇਆ। ਸੋ ਮੈਂ ਇਹ ਗੱਲ ਤਾਂ ਕਹਿਣਾ ਮੈਂ ਜਿਹੜੀ ਤੁਸੀਂ ਗੱਲ ਕੀਤੀ ਇਹ ਤੇ ਚਲੋ ਮੁੱਖ ਸੇਵਾਦਾਰ ਕਹਿ ਲਓ, ਪ੍ਰਧਾਨ ਕਹਿ ਲਓ, ਆਪਾਂ ਬੜਾ ਕੁਝ ਚੱਲਦਾ ਪਿਆ ਆ। ਹੁਣ ਨਿਯੁਕਤੀਆਂ ਤੁਸੀਂ ਕਿਹਾ ਵੀ ਮਿਲੀ ਨਹੀਂ, ਮਾਨਤਾ ਰੱਦ ਸਾਡੀ ਹੋ ਨਹੀਂ ਸਕਦੀ, ਅਸੀਂ ਸੇਵਾ ਕਰਾਂਗੇ। ਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਗੱਲ ਕੀਤੀ ਸੀ ਵੀ ਸ਼੍ਰੋਮਣੀ ਕਮੇਟੀ ਪਹਿਲਾਂ ਇਹ ਕੰਮ ਕਰੇ, ਕਿੰਨੇ ਸਵਰੂਪ ਨੇ ਪੰਜਾਬ ਦੇ ਅੰਦਰ। ਔਰ ਤੁਸੀਂ ਇਹ ਗੱਲ ਕੀਤੀ ਸੀ ਕਿ ਮੈਂ ਜਦੋਂ ਦੱਸਾਂਗਾ ਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਮੈਂ ਚਾਹੁੰਦਾ ਵੀ ਉਹ ਸੱਚਾਈ ਅੱਜ ਬਿਆਨ ਕਰ ਦਿਓ। ਹਾਂ ਖਾਲਸਾ ਜੀ, ਆ ਗਈ ਨਾ ਗੱਲ। ਕਿਉਂਕਿ ਤੁਸੀਂ ਪ੍ਰਚਾਰਕਾਂ ਤੇ ਵਕੀਲਾਂ ਵਾਂਗੂ ਹੁਣ ਤੁਹਾਡਾ ਤਜਰਬਾ ਬੜਾ, ਗੱਲ ਨੂੰ ਵੜਵੜਾ ਪਾਉਣੇ ਤੁਸੀਂ ਮੈਨੂੰ ਇਹ ਗੱਲ ਕਹੀ ਆ ਵੀ ਤੁਸੀਂ ਜਿੱਦ ਨਹੀਂ ਛੱਡੋਗੇ। ਤੇ ਹੁਣ ਜਿਹੜੀ ਤੁਸੀਂ ਹੁਣ ਸਵਾਲ ਕੀਤਾ ਵਾ, ਇਹ ਹੁਣ ਬਹੁਤ ਕੁਝ ਬਿਆਨ ਕਰ ਜਾਣਾ। ਹੁਣ ਆਪਾਂ ਤੁਹਾਡੇ ਪਿੰਡ ਤੋਂ ਸ਼ੁਰੂ ਹੋਣਾ। ਤੁਹਾਨੂੰ ਪਤਾ ਗੱਲ ਇਹ ਪ੍ਰਚਾਰਕ ਦਾ ਜਾਂ ਇੱਕ ਪੱਤਰਕਾਰ ਦਾ ਆਪਣਾ ਕੋਈ ਪਿੰਡ ਨਹੀਂ ਹੁੰਦਾ, ਸਾਰਾ ਪੰਜਾਬ ਹੀ ਉਹਨਾਂ ਦਾ ਪਿੰਡ ਹੁੰਦਾ। ਜਨਮ ਭੂਮੀ ਤੁਹਾਡੀ ਜਨਮ ਭੂਮੀ ਗੱਲ ਕਰ ਲੈਂਦੇ ਆਪਾਂ। ਜਨਮ ਭੂਮੀ ਹੈਗੀ ਹੈ ਨਾ, ਮਖੂ ਪਿੰਡ ਆ ਜੀ। ਮਖੂ ਸ਼ਹਿਰ ਪਿੰਡ ਜਾਂ ਸ਼ਹਿਰ ਕਸਬੇ ਵਿੱਚ ਇੱਕ ਬਾਠਾਂ ਵਾਲਾ ਬਾਬੇ ਦਾ ਗੁਰਦੁਆਰਾ ਹੈਗਾ। 100 ਤੋਂ ਉੱਪਰ ਸਰੂਪ ਆ ਉੱਥੇ। ਕੀ ਕਰਦੇ ਆ ਉੱਥੇ? ਸਵਾਲ ਹੈ ਇੱਕ ਬਹੁਤ ਵੱਡਾ। 1 ਸਾਲ ਬਾਅਦ ਵਰਸੀ ਆਉਂਦੀ ਆ ਸ਼ਾਇਦ ਬਾਬੇ ਦੀ। ਧੂਣਾ ਸ਼ਿਵਜੀ ਹੁਣਾਂ ਦਾ ਫੋਟੋਆਂ, ਸ਼ਿਵਜੀ ਭਗਵਾਨ, ਚਿਮਟੇ, ਬਾਠਾਂ ਵਾਲੇ ਬਾਬੇ ਦੀ ਮੂਰਤੀ, ਮੰਜਾ, ਕਈ ਕੁਝ ਮਨਮਤ। ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਮੈਂ, ਮਾਨਤਾ ਤਾਂ ਸਾਡੀ ਰੱਦ ਆ। ਅਸੀਂ ਤਾਂ ਮੋਰਚਾ ਲਾਇਆ ਸੀਗਾ। ਜੇ ਮਾਨਤਾ ਰੱਦ ਵਾਲੀ ਗੱਲ ਕਰਦੇ ਹਾਂ ਤਾਂ ਨਵੀਂ ਟੀਮ ਨੂੰ ਮੈਂ ਸੱਦਾ ਦਿੰਦਾ ਤੁਹਾਡੇ ਰਾਹੀਂ, ਜਿਹੜੀ ਜਥੇਦਾਰ ਜੀ ਨੇ ਬਣਾ ਲਈ ਆ ਜਾਂ ਬਣਾਉਣੀ ਆ, ਵੀ ਆ ਜਾਓ। ਪਹਿਲਾਂ ਆਪਾਂ ਮਖੂ ਸ਼ਹਿਰ ਤੋਂ ਸਹਿਯੋਗ ਕਰਾਂਗੇ ਨਾਲ ਪੂਰਾ। 100 ਇਹ ਹੋ ਗਈ। ਚਾਨੀਆਂ ਪਿੰਡ ਜਲੰਧਰ ਜ਼ਿਲ੍ਹੇ 'ਚ 45 ਸਰੂਪ। ਪਿੰਡ ਦੇ ਵਿੱਚ 45 ਜਠੇਰਿਆਂ ਦਾ ਸਥਾਨ। ਜਿਹੜੀ ਆ ਗੁੰਡਿਆਂ ਦੀ ਟੀਮ ਕਹਿੰਦੇ ਆ ਨਾ ਵੀ ਧੱਕੇਸ਼ਾਹੀ ਕਰਦੇ ਆ। ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਵੀ 2 ਬਜ਼ੁਰਗਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਬੰਨੇ ਲੇਡੀਜ਼, ਇੱਕ ਬੰਨੇ ਜੈਂਟਸ ਸਮਾਧਾਂ ਬਣੀਆਂ ਸੀ। ਅਤੇ ਜਿੱਦਣ ਢਾਉਣ ਗਏ ਇੰਨੀ ਸ਼ਰਧਾ ਸੀ, ਥੋੜਾ ਵੀ ਧੋਤਾ ਉਹਨਾਂ ਨੇ ਸਾਡਾ, ਵੀ ਧੋਣ ਤੋਂ ਪਹਿਲਾਂ ਥੋੜਾ ਧੋਣਾ ਵਾ। ਢਾਈਆਂ ਅਸੀਂ ਤਾਂ ਢਾਇਆਂ ਦੀਆਂ ਸੀ, ਪਰ 45 ਸਰੂਪ ਪਏ ਆ। ਨਵੀਂ ਟੀਮ ਲੈ ਆਵੇ ਜਾ ਕੇ। ਹੋਰ ਥਾਵਾਂ 'ਤੇ, ਅਨੇਕਾਂ ਥਾਵਾਂ 'ਤੇ, ਈਵਨ ਕਿ ਜਿੱਥੇ ਵੱਡੇ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ 100 45 50 70 ਸਰੂਪ ਪਏ ਹੋਏ ਨੇ। ਉਹ ਕਿਹਨਾਂ ਨੇ ਦੇ ਦਿੱਤੇ, ਕਿਵੇਂ ਮਿਲ ਗਏ? ਸਰਦਾਰ ਜੀ ਇੱਕ ਪਾਬੰਦੀ ਲੱਗੀ ਪਿਛਲੇ ਸਾਲਾਂ 'ਚ। ਉਹ ਵੀ ਆ ਕਿਰਤੀਆਂ ਨੇ ਰੌਲਾ ਪਾ ਕੇ ਕਿ ਭਾਈ ਚਤਰ ਸਿੰਘ ਜੀਵਨ ਸਿੰਘ ਨੂੰ ਸਰੂਪ ਛਾਪਣ ਦੀ ਆਗਿਆ ਨਾ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਛਾਪੇ। ਅਤੇ ਹੁਣ ਇੱਕ ਦਿੱਲੀ 'ਚ ਪ੍ਰੈਸ ਲੱਗੀ ਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ 16 ਪਾਵਨ ਸਰੂਪ ਰੋਜ਼ਾਨਾ ਛਾਪਦੀ ਆ। 16 ਕਿੱਥੇ ਜਾਂਦੇ ਆ? ਕਿ ਗੁਰਦੁਆਰੇ ਵੱਧ ਗਏ? ਜਨਸੰਖਿਆ ਐਡੀ ਤੇਜ਼ੀ ਨਾਲ ਵੱਧ ਗਈ ਦੀ ਇੰਨੇ ਸਰੂਪਾਂ ਦੀ ਲੋੜ ਆ? ਕਿਉਂ ਛਾਪੇ ਜਾਂਦੇ ਆ? ਕਿੱਥੇ ਜਾਂਦੇ ਆ? ਕੀ ਗੱਲ? ਇਮੀਡੀਏਟਲੀ ਇਹਦੇ 'ਤੇ ਰੋਕ ਲਾਉਣਗੇ। ਇੰਨਾ ਕੰਮ ਕਰਨਗੇ ਕਿ ਹਰ ਪਿੰਡ ਨੂੰ ਆਬਾਦੀ ਦੇ ਹਿਸਾਬ ਨਾਲ 100 ਘਰ ਨੂੰ 4 ਸਰੂਪਾਂ ਦੀ ਬੜੀ ਬਹੁਤ ਗੱਲ ਆ। 4 ਪਾਵਨ ਸਰੂਪ 100 ਘਰ ਦੇ ਹਿਸਾਬ ਨਾਲ 4 ਸਰੂਪ ਕਰਕੇ ਅਤੇ ਬਾਕੀ ਇਕੱਠੇ ਕਰਨਗੇ ਭਲਾ? ਅੱਜ ਲੋੜ ਆ ਕਿ ਜਿਹੜੇ ਬਹੁਤਾਤ ਗਿਣਤੀ ਵਿੱਚ ਦਿੱਤੇ ਹੋਏ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆ, ਉਹਨਾਂ ਨੂੰ ਪਿੰਡਾਂ ਵਿੱਚੋਂ ਅਦਬ ਸਹਿਤ ਲੈ ਕੇ
ਤੇ ਗੁਰਦੁਆਰਾ ਰਾਮਸਰ ਜਾਂ ਕਿਤੇ ਹੋਰ ਯੋਗ ਪ੍ਰਬੰਧ ਕਰਕੇ ਉਹਨਾਂ ਨੂੰ ਸੁਭਾਏਮਾਨ ਕੀਤਾ ਜਾਵੇ। ਜਿਹੜੇ ਪ੍ਰੇਮੀਆਂ ਨੂੰ ਜ਼ਰੂਰਤ ਆ ਇਹ ਸਰੂਪ ਦਿੱਤੇ ਜਾਣ, ਨਾ ਕਿ ਨਵੇਂ ਧੜਾ ਧੜ ਛਾਪੇ ਜਾਣ। ਜੀ ਇਹ ਬਹੁਤ ਵੱਡਾ ਬੇਅਦਬੀਆਂ ਦਾ ਕਾਰਨ ਆ। ਚੂਹਿਆਂ ਦੀਆਂ ਬਿੱਠਾਂ, ਕਿਰਲੀਆਂ ਮਰੀਆਂ ਹੋਈਆਂ, ਜਾਲਾ, ਉੱਲੀ, ਇਹਨਾਂ ਅੱਖਾਂ ਨਾਲ ਦਰਸ਼ਨ ਕੀਤੇ ਆ। ਕਪੂਰਥਲੇ ਸ਼ਹਿਰ ਵਿੱਚ ਇੱਕ ਕੋਈ ਪ੍ਰੇਮੀ ਪ੍ਰਕਾਸ਼ ਕੀਤਾ ਸੀ। ਆ ਜਿਹੜੇ ਕਹਿੰਦੇ ਜੀ ਘਰਾਂ 'ਚ ਪ੍ਰਕਾਸ਼ ਹੋਣ 'ਤੇ ਸ਼੍ਰੋਮਣੀ ਇਹਨਾਂ ਨੂੰ ਬੜੀ ਤਕਲੀਫ ਆ। ਘਰ ਵਾਲੇ ਆਪਦਾ ਅਮਰੀਕਾ ਕੈਨੇਡਾ ਪਤਾ ਨਹੀਂ ਕਿੱਥੇ ਜਾ ਕੇ ਸੈਟਲ ਹੋ ਗਏ ਨਾ, ਸੌਰੀ ਖਿਮਾ ਕਰੋ, ਚੰਡੀਗੜ੍ਹ 'ਚ ਉਹਨਾਂ ਨੂੰ ਜੋਬ ਯੂਬ ਮਿਲ ਗਈ ਸਾਰੇ ਪਰਿਵਾਰ ਨੂੰ, ਅਤੇ ਉਹ ਚੰਡੀਗੜ੍ਹ ਸ਼ਿਫਟ ਹੋ ਗਿਆ ਅਤੇ ਸਰੂਪ ਇੱਥੇ ਰਹਿ ਗਿਆ ਕੋਠੀ 'ਚ। ਸਾਨੂੰ ਕਿਸੇ ਨੇ ਦੱਸਿਆ, ਅਸੀਂ ਗਏ, ਉਹ ਕੋਠੀ ਕੋਈ ਖੋਲ੍ਹੇ ਨਾ, ਸਾਰਾ ਦਿਨ ਲੱਗੇ ਰਹੇ। ਸ਼ਾਮਾਂ ਨੂੰ SSP ਦੀ ਮੌਜੂਦਗੀ 'ਚ ਜਿੰਦਾ ਭੰਨਿਆ ਅਤੇ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਤਾਂ ਏਡੀ ਏਡੀ ਉੱਲੀ ਲੱਗੀ ਹੋਈ ਸੀ। ਕੌਣ ਕਰੂਗਾ ਇਹ? ਅਸੀਂ ਕਦੋਂ ਕਹਿੰਦੇ ਹਾਂ ਜਿੰਨੀਆਂ ਸੰਸਥਾਵਾਂ ਬਣਨ, ਜਿੰਨੀਆਂ ਸੇਵਾ ਕਮੇਟੀਆਂ ਬਣਨ, ਜਾਂ ਜਿੰਨੀਆਂ ਜਥੇਬੰਦੀਆਂ ਉਨੀਆਂ ਹੀ ਥੋੜ੍ਹੀਆਂ ਵਾ, ਪਰੰਤੂ ਭਾਵਨਾ ਨਾਲ ਸੇਵਾ ਕਰਨਾ ਪੈਣਾ ਵਾ। ਭਾਵਨਾ ਅਤੇ ਤਨਖਾਹੀਆਂ ਦਾ ਫਰਕ ਬਹੁਤ ਆ। ਭਾਵਨਾ ਨੂੰ ਫਲ ਮਹਾਰਾਜ ਕੀ ਤਨਖਾਹ ਲੈਣ ਵਾਲੇ ਦੇ ਵਿੱਚ ਭਾਵਨਾ ਨਹੀਂ ਬਣ ਸਕਦੀ? ਇਹ ਦਾਵਾ, ਇਹ ਪੈਮਾਨਾ ਕੀ ਹੈ? ਪੈਮਾਨਾ ਨਹੀਂ ਹੁੰਦਾ ਜੀ। ਪੈਮਾਨਾ ਇਹ ਹੈ 100% ਨਹੀਂ ਆਪਾਂ ਕਹਿ ਸਕਦੇ ਵੀ 100 ਦਾ 100 ਬੀਜ ਨਾਸ ਹੋ ਗਿਆ ਧਰਮ ਦਾ, ਪਰੰਤੂ ਤਨਖਾਹੀਏ ਨੇ ਓਨਾ ਹੀ ਕੰਮ ਕਰਨਾ ਜਿੰਨਾ ਉਹਨੂੰ ਦੱਸਿਆ ਗਿਆ। ਜੇ ਆਪਾਂ ਇਹ ਗੱਲ ਲੈ ਲਈਏ ਵੀਰ ਜੀ, ਤੇ ਦੇਖੋ ਗੁਰੂ ਸਾਹਿਬ ਜੀ ਦੇ ਨਾਲ ਤਨਖਾਹ ਵਾਲੀਆਂ ਫੌਜਾਂ ਵੀ ਸੀ, ਭਾਵਨਾ ਵਾਲੀਆਂ ਵੀ ਸੀ। ਮੁਕਤਸਰ ਸਾਹਿਬ ਦੇ ਲਾਗੇ ਸਥਾਨ ਪੈ ਜਾਂਦਾ, ਸ੍ਰੀ ਮੁਕਤਸਰ ਸਾਹਿਬ ਦੇ ਲਾਗੇ ਗੁਰਦੁਆਰਾ ਗੁਪਤਸਰ ਸਾਹਿਬ ਜਿੱਥੇ ਆ, ਸਿੰਘਾਂ ਨੇ ਤਨਖਾਹਾਂ ਵੀ ਮੰਗੀਆਂ। ਇੱਥੋਂ ਗੱਲ ਬੜੀ ਕਲੀਅਰ ਹੈ ਵੀ ਤਨਖਾਹਾਂ ਵਾਲੇ ਵੀ ਸਨ, ਪਿਆਰ ਵਾਲੇ ਵੀ ਸਨ, ਪਰ ਕਿਤੇ ਐਸਾ ਹਿਸਟਰੀ ਦੇ ਵਿੱਚ ਨਹੀਂ ਆਇਆ ਵੀ ਤਨਖਾਹ ਵਾਲੇ ਪਾਸੇ ਨਿਕਲ ਗਏ ਤੇ ਜਿਹੜੇ ਭਾਵਨਾ ਵਾਲੇ ਉਹ ਅੱਗੇ। ਐਸਾ ਨਹੀਂ ਹੁੰਦਾ ਜੀ। ਤਨਖਾਹ ਵਾਲੇ ਨੂੰ ਹੜਤਾਲ ਵੀ ਕਰਨੀ ਪੈਂਦੀ ਨਾ, ਭੁੱਖ ਹੜਤਾਲ 'ਤੇ ਵੀ ਬਹਿਣਾ ਪੈਂਦਾ ਵੀ ਸਾਨੂੰ ਤਨਖਾਹ ਨਹੀਂ ਮਿਲਦੀ। ਭਾਵਨਾ ਵਾਲੇ ਨੂੰ ਤਨਖਾਹ ਹੜਤਾਲ ਥੋੜ੍ਹਾ ਕਰਨੀ ਪੈਂਦੀ ਆ। ਭਾਵਨਾ ਵਾਲੇ ਨੇ ਭਾਵਨਾ ਨਾਲ ਸੇਵਾ ਕਰਨੀ ਆ, ਤਨਖਾਹ ਵਾਲੇ ਨੇ ਵੇਖਣਾ ਵੀ ਜੇ ਨਹੀਂ ਮਿਲੀ। ਚਲੋ ਖੈਰ, ਆਪਾਂ ਉਸ ਮੁੱਦੇ ਨੂੰ ਥੋੜ੍ਹਾ ਜਿਹਾ ਅਗੇਤਰ ਲੈ ਕੇ ਚੱਲੀਏ, ਆਪਾਂ ਮੁੱਦੇ ਤੋਂ ਭਟਕ ਨਾ ਕਿਤੇ ਜਾਈਏ। ਮੈਨੂੰ ਹੁਣ ਇਹ ਜਾਣਕਾਰੀ ਦੇ ਦਿਓ ਵੀ ਜਿਹੜਾ ਤੁਸੀਂ 60, 65, 70 ਸਰੂਪਾਂ ਦੀ ਗੱਲ ਕਰਦੇ ਹੋ ਵੀ ਅਸੀਂ ਅੱਖੀ ਵੇਖਿਆ ਵੀ ਇੰਨੇ ਸਰੂਪ ਨੇ, ਤੇ 1 ਸਾਲ ਬਾਅਦ ਇਹਨਾਂ ਦੀ ਇੱਕ ਲੜੀ ਚੱਲਦੀ ਹੈ, ਇਹਨਾਂ ਦੇ ਕੋਈ ਮਹਾਂਪੁਰਸ਼ ਨੂੰ ਲੈ ਕੇ ਜਾਂ ਬਾਬਾ ਜੀ ਨੂੰ ਲੈ ਕੇ ਜਾਂ ਕਿਸੇ ਵੀ ਪ੍ਰਕਾਰ, ਅਸੀਂ ਕਿੰਤੂ ਨਹੀਂ ਕਰਦੇ, ਤੇ 1 ਸਾਲ ਸਰੂਪ ਉਵੇਂ ਹੀ ਪਏ ਰਹਿੰਦੇ ਨੇ ਬਿਨਾਂ ਪ੍ਰਕਾਸ਼ ਕੀਤੇ। ਇਹਦਾ ਹੱਲ ਕੀ ਹੈ? ਕੋਈ ਹੱਲ ਵੀ ਦੱਸੋ ਨਾ। ਲੋਕਾਂ ਨੇ ਕਹਿਣਾ ਵੀ ਇਹ ਚੀਜ਼ਾਂ ਗਣਾਈ ਗਏ, ਹੱਲ ਕੋਈ ਦੱਸਿਆ ਨਹੀਂ। ਮੈਂ ਹੱਲ ਦੱਸ ਦਿੱਤਾ ਜੀ। ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਅਨੁਸਾਰ ਸਰੂਪ ਦੇ ਬਰਾਬਰ ਸਰੂਪ ਪ੍ਰਕਾਸ਼ ਨਹੀਂ ਹੋ ਸਕਦਾ। ਉਹ ਅਕਾਲ ਤਖਤ ਸਾਹਿਬ ਦੇ ਸਿਧਾਂਤ ਜਾਂ ਮਰਜ਼ਾਦਾ ਨਹੀਂ। ਜੇ ਮੰਨ ਲਓ ਆਪਾਂ ਐਸਾ ਕਰ ਲਈਏ ਵੀ SGPC ਇੱਕ ਐਸੀ ਬੱਸ ਦਾ ਪ੍ਰਬੰਧ ਕਰੇ ਵੀ ਜਦੋਂ ਕਿਸੇ ਨੇ ਵੀ ਮੰਨ ਲਓ ਕਿਸੇ ਡੇਰੇਦਾਰ ਨੇ ਜਾਂ ਕਿਸੇ ਜਗ੍ਹਾ ਦੇ ਉੱਪਰ ਵੀ ਐਸਾ ਹੋਣਾ, ਵੈਸੇ ਤੇ ਇਹ ਚੀਜ਼ ਬੜੀ ਚਿੱਟੇ ਦਿਨ ਵਰਗੀ ਸਾਫ਼ ਹੈ ਜੋ ਤੁਸੀਂ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਵੀ ਇੱਕ ਸਮੇਂ 'ਤੇ ਇੱਕ ਹੀ ਹੋ ਸਕਦਾ ਹੈ, ਕਥਾ ਕੀਰਤਨੀਆਂ ਪਾਠ। ਇਹ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਅਕਾਲ ਤਖਤ ਸਾਹਿਬ ਦੀ, ਜਿਹਦੀ ਵੈਸੇ ਬਹੁਤ ਘੱਟ ਸਤਿਕਾਰ ਕਮੇਟੀਆਂ ਗੱਲ ਕਰਦੀਆਂ ਨੇ। ਜੇ ਐਡਾ ਕੋਈ ਲੈਟਰ ਮਿਲ ਜਾਵੇ ਨਾ ਵੀ ਤੁਸੀਂ ਕਿਤੇ ਵੀ ਜਾ ਕੇ ਸਰੂਪ, ਉੱਥੇ ਫਿਰ ਦਵਾ ਦਵਾ ਕਹਿਣਗੇ ਅਕਾਲ ਤਖਤ ਸਾਹਿਬ ਤੋਂ ਮਾਨਤਾ। ਮੈਂ ਕਹਿੰਦਾ ਵੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਵੀ ਤਾਂ ਮਾਨਤਾ ਦੇਣੀ ਪੈਣੀ ਹੈ ਨਾ। ਉੱਥੇ ਕੋਈ ਸਤਿਕਾਰ ਕਮੇਟੀ ਨਹੀਂ ਬੋਲਦੀ ਫਿਲਹਾਲ ਦੀ ਘੜੀ। ਕੱਲ੍ਹ ਕੀ ਹੋਵੇਗਾ ਮੈਨੂੰ ਨਹੀਂ ਪਤਾ। ਇੱਕ ਕਾਰਨ ਤਾਂ ਤੁਹਾਡਾ ਉਹ ਹੋ ਗਿਆ। ਦੂਜਾ, ਐਸਾ ਨਹੀਂ ਹੋ ਸਕਦਾ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰਾ ਸੁਝਾਅ ਹੈ ਕਿਸੇ ਬਾਬੇ ਦੇ ਡੇਰੇ ਦੇ ਵਿੱਚ ਮੰਨ ਲਓ 100 ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ, 200 ਦੀ ਚੱਲਦੀ ਜਾਂ 300 ਦੀ ਚੱਲਦੀ, ਮੰਨ ਲਓ, ਉਹ 10-15 ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਉੱਪਰ ਜਾਂ SGPC ਨੂੰ ਲੈਟਰ ਦੇਣ। ਇਹਨਾਂ ਕੋਲੇ ਬਹੁਤ ਸੁੰਦਰ ਬੱਸਾਂ ਨੇ ਸਰੂਪ ਲੈ ਕੇ ਜਾਣ ਵਾਲੀਆਂ। ਉਹ ਬੱਸ ਦੇ ਉੱਪਰ ਜਿੰਨੇ ਵੀ ਉੱਥੇ ਅਖੰਡ ਪਾਠ ਸਾਹਿਬ ਨੇ ਓਨੇ ਸਰੂਪ ਉੱਥੇ ਆ ਜਾਣ, ਨਾਲੇ ਸਗੋਂ 2 ਦਿਨ ਉੱਥੇ ਰਹਿਣ, ਘੱਟੋ ਘੱਟ ਨਿਗਰਾਨੀ ਵੀ ਰੱਖਣ। ਜੇ ਕੋਈ ਉੱਥੇ ਕੋਈ ਮਰਿਆਦਾ ਦੇ ਵਿੱਚ ਗੜਬੜ ਲੱਗਦੀ ਉਹ ਵੀ ਲਿਖ ਕੇ ਦੇਣ, ਅਤੇ ਉਸ ਤੋਂ ਬਾਅਦ ਤੀਜੇ ਦਿਨ ਅਖੰਡ ਪਾਠ ਸਾਹਿਬ ਦਾ ਭੋਗ ਪੈ ਜਾਂਦਾ। ਸਾਰੇ ਪਾਵਨ ਸਰੂਪ ਜਿਹੜੇ ਨੇ ਅਕਾਲ ਤਖਤ ਸਾਹਿਬ ਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚ ਜਾਣ। ਇਹ ਤਰੀਕਾ ਕਿੰਨਾ ਵਧੀਆ ਆ ਅਤੇ ਕਾਰਗਰ ਕਿਉਂ ਨਹੀਂ ਹੋ ਸਕਦਾ ਜੀ। ਪਰ ਤੁਸੀਂ ਇੱਕ ਸ਼ਬਦ ਪੜ੍ਹਦੇ ਹੁੰਦੇ, ਕਰਤੇ ਕੀ ਮਿੱਤ ਕਰਤਾ ਜਾਣੇ, ਅਤੇ ਕੀ ਕਹਿ ਦਿੱਤਾ ਸੀ ਇੱਕ ਅਗਲਾ, ਮੈਨੂੰ ਭੁੱਲ ਜਾਂਦਾ, ਮੈਂ ਮਤਲਬ ਇੱਕ ਸ਼ਬਦ ਗਲਤ ਕਹਿ ਦਿੱਤਾ ਸੀਗਾ। ਸਿੱਖ ਦੇ ਚਪੇੜਾਂ ਮਰਵਾਈਆਂ ਸੀ, ਹੈ ਨਾ, ਵੀ ਉਹ ਗੁਰਬਾਣੀ ਗਲਤ ਬੋਲਤੀ, ਹੈ ਨਾ। ਅਤੇ ਜਦੋਂ 100 ਲੜੀ ਚਲਾਉਣੀ ਆਪਾਂ 100 ਪਾਠ ਦੀ, ਅਤੇ ਇੱਕ ਵਾਰੀ ਤੁਸੀਂ ਕਿਤੇ ਉਪਰਾਲਾ ਕਰਿਓ, ਖੁਦ ਤੁਸੀਂ ਵੀ ਸੰਥਿਆ ਕੀਤੀ ਮਹਾਂਪੁਰਖਾਂ ਕੋਲੋਂ, ਪਹਿਲਾਂ ਪਾਠੀਆਂ ਦਾ ਟੈਸਟ ਲੈ ਲਿਓ ਵੀ ਉਹ ਸਹੀ ਆ।
ਇਹ ਪੈਮਾਨਾ ਨਹੀਂ ਸਹੀ ਹੈਗਾ। ਤੁਹਾਨੂੰ ਠੀਕ ਲੱਗਾ, ਮੈਨੂੰ ਨਹੀਂ ਠੀਕ ਲੱਗਦਾ। ਮੈਂ ਤੁਹਾਨੂੰ ਇੱਕ ਬੇਨਤੀ ਕਰਕੇ ਦੱਸਣਾ ਚਾਹੁੰਦਾ, ਸੰਗਤ ਲੜੀਵਾਰ ਚਲਾਉਣਾ ਨਾ ਆਪਾਂ, ਲੜੀ 'ਚ ਇਹ ਨਹੀਂ ਹੈਗਾ ਵੀ 100 ਪ੍ਰਕਾਸ਼ ਇੱਕੇ ਵਾਰੀ ਇਕੱਠਾ ਕਰ ਲਈਏ। ਉਹਦਾ ਇੱਕ ਸੌਖਾ ਹੱਲ ਵਾ, ਸਾਲ ਦੇ 365 ਦਿਨ ਆ, ਤੇ ਤੁਸੀਂ ਕਿਉਂ ਨਹੀਂ ਰੋਜ਼ ਕੰਟੀਨਿਊ ਪਾਠ ਕਰਦੇ? 3 ਦਿਨ ਭੋਗ ਪਈ ਜਾਵੇ, 3 ਦਿਨ ਭੋਗ ਪਈ ਜਾਵੇ, 3 ਦਿਨ ਬਾਅਦ ਭੋਗ ਪਈ ਜਾਵੇ, ਪਈ ਜਾਵੇ। ਤੇ ਜਿੱਦਣ ਬਾਬਾ ਜੀ ਦਾ ਆਉਣਾ ਵਾ, ਅਖੀਰਲਾ ਲਾਸਟ ਵਾਲਾ ਡੇ ਜਿਹੜਾ ਮੁਕਰਰ ਕੀਤਾ, ਸਾਰਿਆਂ ਦੀ ਅਰਦਾਸ ਉਸ ਦਿਨ ਕਰ ਦਿਓ। ਲੋੜ ਹੀ ਨਹੀਂ। ਚੰਗੇ ਗੁਰਸਿੱਖ ਪਾਠੀ ਹੋਣ, ਪਿੰਡ ਵਾਲੀ ਸੰਗਤ ਆ ਕੇ ਬਹਿ ਕੇ ਸੁਣੇ। ਇਹ ਤਾਂ ਅਸੀਂ ਬਣਾਇਆ ਹੋਇਆ ਉੱਦਾਂ ਵਪਾਰ ਦਾ ਸਾਧਨ, ਵੀ ਉਹ ਪਤਾ 100 ਕਿਉਂ ਕਰੀਦਾ ਵਾ? ਮੈਂ ਖਿਮਾ ਮੰਗਦਾ, 15,000 ਗੁਣਾ 100 ਕਿੰਨਾ ਬਣ ਗਿਆ? ਬਹੁਤ ਜ਼ਿਆਦਾ ਬਣ ਜਾਂਦਾ। ਕਰ ਦਿਓ ਨਾ 10 ਪਾਠਾਂ, ਜੇ 10 ਪਾਠਾਂ ਦਾ ਹੋ ਗਿਆ 1.5 ਲੱਖ, ਤੇ 1.5 ਦਾ ਆਪਾਂ ਅੱਗੇ 10 ਨਾਲ ਕਰ ਦਈਏ, ਇਹ ਤਾਂ ਬਣ ਜਾਂਦਾ ਜੀ 15 ਲੱਖ ਰੁਪਈਆ। 15 ਲੱਖ ਹੋ ਗਿਆ ਨਾ ਜੀ। ਇੱਕੇ ਦਿਨ ਹੀ ਕਰਤਾ ਕੰਮ। ਤੇ 3000 ਪਾਠੀਆਂ ਦੀ ਭੇਟਾ, 4500 ਬਣਾਇਓ, ਕਿੰਨੇ ਬਣ ਗਏ 100 ਦੇ? ਆਪਾਂ ਗਣਿਤ ਦੇ ਚੱਕਰ 'ਚ ਨਾ ਪਈਏ, ਆਪਾਂ ਉਸ ਤਰ੍ਹਾਂ ਲਾ ਲਈਏ ਵੀ ਬਹੁਤ ਜ਼ਿਆਦਾ ਵੱਡਾ ਫਰਕ ਪੈ ਜਾਂਦਾ ਹੈ। 3 5 15 ਸਿੱਧਾ ਕਹਿ ਲਈਏ ਵੀ 5 ਗੁਣਾ ਭੇਟਾ ਲਈ ਜਾਂਦੀ ਹੈ, ਜਿੰਨੀ ਪਾਠੀਆਂ ਨੂੰ ਦਿੱਤੀ ਜਾਂਦੀ ਉਸ ਤੋਂ 5 ਗੁਣਾ ਲਈ ਜਾਂਦੀ ਹੈ। ਮੈਨੂੰ ਵੀ ਦਿਓ ਨਾ ਮੌਕਾ ਹੁਣ ਤੁਸੀਂ। ਮੈਂ ਬੜੇ ਚਿਰ ਦਾ ਤੰਗ ਬੈਠਾ ਇਸ ਗੱਲ ਤੇ, ਮੈਂ ਸੁਣਦਾ। ਮੰਨ ਕੇ ਚਲੋ ਸਿੱਧਾ ਲਾਓ ਵੀ 3 ਲੱਖ ਪਾਠੀਆਂ ਦਾ ਨਿਕਲ ਗਿਆ ਤੇ 12 ਲੱਖ ਰੁਪਈਆ ਬਚ ਗਿਆ। ਉਹਦੇ ਵਿੱਚ ਲੰਗਰ ਵੀ ਪ੍ਰੇਮੀ ਨੇ ਇੱਕ ਨੇ ਲੈ ਜਾਣਾ, ਕਿਸੇ ਨੇ 10 ਬੁਰੇ ਆਲੂਆਂ ਦੇ ਲੈ ਆਉਣੇ ਆ, ਕਿਸੇ ਨੇ 5 ਬੁਰੀਆਂ ਮਟਰਾਂ ਦੀਆਂ ਚੱਕੀ ਆਉਣੀਆਂ, ਤੇ ਕਿਸੇ ਨੇ ਦਾਲਾਂ ਵਾਧੂ ਉਹ ਵੇਚਣੀਆਂ ਪੈਂਦੀਆਂ ਪ੍ਰਬੰਧਕਾਂ ਨੂੰ, ਮਗਰੋਂ ਵੇਚਦੇ ਹਲ ਜਾ ਕੇ। ਇਦੋਂ ਵੱਡਾ ਬਿਜ਼ਨਸ ਹੋਰ ਕੀ ਹੋ ਸਕਦਾ? ਇਹਦੇ ਤੇ ਸਟੈਂਡ ਲੈਣਾ ਪੈਣਾ ਵਾ ਜ਼ਿੰਮੇਵਾਰਾਂ ਵੀ, ਜਿਹੜੇ ਸਾਡੇ ਵੀਰ ਵਾ, ਵੀ ਅਖੰਡ ਪਾਠ ਸਾਹਿਬ ਇੱਕ ਹੋਵੇ ਤੇ ਪਿਆਰ ਨਾਲ ਸੁਣਿਆ ਜਾਵੇ ਤੇ ਲੜੀ ਲੜੀ ਚੱਲੇ। ਲੜੀ ਦਾ ਮਤਲਬ ਇਹ ਨਹੀਂ ਵੀ 100 ਪ੍ਰਕਾਸ਼ ਇੱਕੇ ਵਾਰੀ, ਲੜੀ ਚੱਲੇ, ਹਰ ਰੋਜ਼ ਅਖੰਡ ਪਾਠ ਸਾਹਿਬ ਚੱਲੇ, ਨਿਰੰਤਰ ਚੱਲਦਾ ਰਹੇ ਬਸ। ਫਿਰ ਤੇ ਜਿੱਦਣ ਹੋ ਜਾਏ ਪੂਰਾ, ਜੇ 100 ਆ ਉਹਦਾ ਡਿਵਾਈਡ ਕਰ ਲਓ ਦਿਨ, ਤੇ ਲਾਸਟ ਵਾਲੇ ਦਿਨ ਕਹੋ ਵੀ 100 ਅਖੰਡ ਪਾਠ ਸਾਹਿਬ ਹੋ ਗਿਆ ਸੀਗਾ, ਭੋਗ ਪੈ ਗਿਆ, ਬਸ ਗੱਲ ਖਤਮ। 21 ਸਰੂਪ ਦੀ ਲੋੜ ਪਈ, 100 ਦੀ ਲੋੜ ਹੀ ਨਹੀਂ। ਇਸ ਕਰਕੇ ਸਾਨੂੰ ਆਪਣਾ ਜਿਹੜਾ ਨਾ ਤੌਰ ਤਰੀਕਾ ਆ, ਉਹ ਬਦਲਣਾ ਪੈਣਾ ਆ। ਤੌਰ ਤਰੀਕੇ ਦੀ ਤੁਸੀਂ ਗੱਲ, ਇੱਕ ਮਿੰਟ, ਕੱਲਾ ਸਤਿਕਾਰ ਕਮੇਟੀ ਨੂੰ ਸਿਖਾ ਕੇ ਜਾਂ ਸਤਿਕਾਰ ਕਮੇਟੀ ਤੇ ਕੰਡੀਸ਼ਨਾਂ ਲਾ ਕੇ ਨਹੀਂ ਗੱਲ ਬਣਨੀ। ਫਿਰ ਮੈਂ ਇੱਕ ਗੱਲ ਤੁਹਾਡੇ ਕਹਿਣ ਤੋਂ ਬਿਨਾਂ ਹੋ ਜਾਣੀ ਆ। ਹੁਣ ਜੀ ਕਹਿੰਦੇ ਜੀ ਇਹ ਗੱਲ ਕਰਦੇ ਜੀ ਸੁੱਖ ਆਸਣ ਹੈ ਨਹੀਂ, ਠੀਕ ਆ, ਅਸੀਂ ਦੇਖਿਆ ਕਿੱਥੇ ਆ ਸੁੱਖ ਆਸਣ ਬਣਿਆ? ਸਾਨੂੰ ਕਿੱਥੋਂ ਪਤਾ ਲੱਗਾ ਵੀ ਸੁੱਖ ਆਸਣ ਹੁੰਦਾ? ਇਤਿਹਾਸਕ ਸਥਾਨਾਂ 'ਤੇ ਸੁੱਖ ਆਸਣ ਆ, ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਇਤਿਹਾਸਕ ਸਥਾਨਾਂ 'ਤੇ ਪ੍ਰਕਾਸ਼ ਆ, ਜੇ ਮਖੂ ਸਾਹਿਬ ਤੁਹਾਡੇ ਘਰੇ ਪ੍ਰਕਾਸ਼ ਹੋਵੇ ਫਿਰ ਉਹ ਸਰੂਪ ਉਹੀ ਆ ਨਾ। ਇਹ ਕਿੰਨਾ ਕੁ ਮੈਨੂੰ ਸਮਝਾ ਦਿਓ, ਉਹੀ ਆ। ਤੇ ਫਿਰ ਘਰ 'ਚ ਵੀ ਮਰਜ਼ਾਦਾ ਤੇ ਉਹੀ ਰੱਖਣੀ ਪਊਗੀ। ਜੇ ਸਰੂਪ ਇੱਕ ਆ ਤੇ ਫਿਰ ਜੋ ਮਰਜ਼ਾਦਾ ਅਸੀਂ ਅੱਖਾਂ ਨਾਲ ਵੇਖ ਲਈ, ਉਹ ਅਸੀਂ ਘਰਾਂ 'ਚ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਅਸੀਂ ਇਸ ਗੱਲ 'ਤੇ ਪਾਗਲ ਹਾਂ, ਸ਼ੁਦਾਈ ਹਾਂ, ਫਿਰ ਬਾਬਾ ਜੀ ਉੱਥੇ ਇਤਿਹਾਸਕ ਸਥਾਨਾਂ 'ਤੇ ਵੀ ਲੋੜ ਥੋੜ੍ਹੋ ਹੈਗੀ, ਫਿਰ ਨਾ ਕਰੋ ਉੱਥੇ। ਜੇ ਘਰ 'ਚ ਨਹੀਂ ਸੁੱਖ ਆਸਣ ਦੀ ਲੋੜ ਹੈਗੀ ਤੇ ਫਿਰ ਕਿਵੇਂ? ਅਸੀਂ ਤੇ ਉਹ ਵੇਖਿਆ, ਸਾਨੂੰ ਉਹ ਠੀਕ ਲੱਗਦਾ, ਕਿਉਂਕਿ ਕੁਝ ਮਰਜ਼ਾਦਾ ਦੱਸੀਆਂ ਨਹੀਂ ਜਾਂਦੀਆਂ, ਕੁਝ ਮਰਜ਼ਾਦਾ ਅਡਾਪਟ ਕੀਤੀਆਂ ਜਾਂਦੀਆਂ ਜ਼ਿੰਦਗੀ, ਅਡਾਪਟ ਕੀਤੀ ਹੋਈ ਆ, ਅਸੀਂ ਉਹ ਕਹਿੰਦੇ ਹਾਂ। ਕਿਉਂਕਿ ਜੇ ਹਾਂ, ਮੈਂ ਇੱਕ ਬੇਨਤੀ ਇੱਥੇ ਕਰ, ਫਿਰ ਤੁਸੀਂ ਕਹਿਣਾ ਵਾ ਵੀ ਇਹਦਾ ਕੀ, ਇਹਦਾ ਸੌਖਾ ਜਿਹਾ ਹੈਗਾ ਆ। 2 ਭਾਗਾਂ 'ਚ ਸਤਿਗੁਰ ਪਾਤਸ਼ਾਹ ਦਾ ਸਰੂਪ ਮਿਲ ਜਾਂਦੀਆਂ ਸੈਂਚੀਆਂ। ਜਿਹੜੇ ਪ੍ਰੇਮੀਆਂ ਨੇ ਕਰਨਾ ਵਾ ਸਹਿਜ ਪਾਠ, ਜਿਹਨੇ ਤੇ ਜੁੜਨਾ ਗੁਰਬਾਣੀ ਨਾਲ, ਉਹ ਆਪਣਾ ਸੈਂਚੀਆਂ ਤੋਂ ਪ੍ਰਕਾਸ਼ ਕਰ ਲਵੇ, ਫਿਰ ਸ਼ਾਇਦ ਸੁੱਖ ਆਸਣ ਦੀ ਲੋੜ ਵੀ ਨਹੀਂ ਹੈਗੀ, ਹੈ ਨਾ। ਫਿਰ ਆਰਾਮ ਨਾਲ ਉਹ ਕੀਤਾ ਜਾ ਸਕਦਾ। ਸੈਂਚੀ ਨੂੰ ਆਪਾਂ ਕਿਤੇ ਵੀ ਪ੍ਰੇਮ ਸਤਿਕਾਰ ਨਾਲ ਕੋਈ ਕੈਬਨ ਵਗੈਰਾ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਉਹਨੂੰ ਰੱਖ ਸਕਦੇ ਆਪਦੀ ਭਾਵਨਾ ਅਨੁਸਾਰ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ 1430 ਅੰਗ ਦਾ ਵਾ, ਫਿਰ ਉਹ ਪ੍ਰਗਟ ਗੁਰਾਂ ਕੀ ਦੇ ਅਸੀਂ ਪੜ੍ਹਦੇ ਹਾਂ, ਅਤੇ ਫਿਰ ਉਹਦਾ ਸਤਿਕਾਰ ਅਸੀਂ ਤਾਂ ਲੋਚਦੇ ਹਾਂ ਉਹਦੇ ਨਾਲ ਦਾ ਜਿਹੜਾ ਇਤਿਹਾਸਕ ਸਥਾਨਾਂ 'ਤੇ ਹੁੰਦਾ ਆ, ਜਾਂ ਆਮ ਸਾਰੇ ਗੁਰਦੁਆਰਾ ਸਾਹਿਬ 'ਚ ਹੁੰਦਾ ਵਾ। ਅਤੇ ਜੇ ਵੀ ਜਥੇਦਾਰਾਂ ਨੂੰ ਨਹੀਂ ਠੀਕ ਲੱਗਦਾ, ਅਤੇ ਫਿਰ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਇਹਦਾ ਕੋਈ, ਜਿਵੇਂ ਤੁਸੀਂ ਗੱਲ ਕੀਤੀ ਏ ਸਤਿਕਾਰ ਦੀ, ਮਾਨ ਮਰਿਆਦਾ ਦੀ, ਪਰ ਤੁਹਾਡੇ 'ਤੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਕਿ ਸਤਿਕਾਰ ਕਮੇਟੀਆਂ ਵਾਲੇ ਸ਼ਾਇਦ ਇਹ ਜਿਹੜੇ ਸਵਰੂਪ ਜਬਰੀ ਲੈ ਕੇ ਆਉਂਦੇ ਨੇ, ਵੇਚ ਦਿੰਦੇ ਨੇ, ਜਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਦੇ ਦਿੰਦੇ ਹੋਣ। ਦੇਖੋ ਜੀ, ਬਹੁਤ ਸਤਿਕਾਰ ਕਮੇਟੀਆਂ ਨੇ ਪੰਜਾਬ 'ਚ, ਥਾਵਾਂ 'ਤੇ ਜ਼ਿਲ੍ਹੇ ਵਾਈਜ਼ ਵੀ ਸਿੰਘਾਂ ਨੇ ਬਣਾਈਆਂ ਨੇ, ਇਲਾਕਾ ਪੱਧਰ 'ਤੇ ਵੀ ਹੈ। ਇਹ ਜਿਹੜਾ ਸਵਾਲ ਆ ਨਾ, ਸੁਖਜੀਤ ਸਿੰਘ ਆਪਣੇ 'ਤੇ ਲੈਂਦਾ ਆ, ਉਹ ਮੈਂ ਸੁਣਿਆ ਆ ਧਿਆਨ ਨਾਲ, ਵੇਚ ਦਿੰਦੇ ਦੂਜਾ ਤੀਜਾ।
ਮੇਰੇ ਉੱਪਰ ਕਹਿਣ ਵਾਲੇ ਸੱਜਣ ਇਹ ਦੋਸ਼ ਸਾਬਤ ਕਰ ਦੇਣ, ਬਸ ਖਾਲੀ ਦੱਸ ਦੇਣ ਕਿੱਥੇ ਵੇਚਿਆ ਸੁਖਜੀਤ ਸਿੰਘ ਨੇ, ਕਿੱਥੇ ਦਰਿਆ 'ਚ ਰੁੜਿਆ ਤੇ ਕਿੱਥੇ ਬੇਅਦਬੀ ਕਰਨ ਵਾਲੇ ਨੂੰ ਦਿੱਤਾ, ਜਨਤਕ ਕਰ ਦੇਣ। ਤੇ ਬੰਦੇ 5 ਭੇਜਣੇ, 5 2 ਭੇਜਣੇ, 2 ਭਾਈ ਦੇਣ ਤੇ ਸਿਰ ਵੱਢ ਕੇ ਲੈ ਜਾਣ, ਬਸ। ਇਦੂ ਗਾਹ ਨਹੀਂ ਕੁਛ। ਸਿਰ ਮੈਂ ਇਹੋ ਜਿਹਾ ਸਿਰ ਨੂੰ ਕੀ ਕਰਨਾ ਜਿਹੜੇ ਗੁਰੂ ਨੂੰ ਵੇਚਤਾ। ਪਰ ਜੇ ਝੂਠ ਹੋਇਆ, ਸਾਬਤ ਨਾ ਕਰ ਸਕੇ, ਉਹ ਹੈਗੇ ਜਥੇਦਾਰ, ਤੇ ਉਹ ਇਹਦੀ ਸਵੈ ਪੜਚੋਲ ਕਰ ਲੈਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਉਹਨਾਂ ਨੇ ਕੀ ਕਰਨਾ। ਮੈਂ ਉਹਨਾਂ ਨੂੰ ਕੁਛ ਨਹੀਂ ਕਹਿੰਦਾ ਵੀ ਉਹਨਾਂ ਨੇ ਕੀ ਕਰਨਾ, ਕਿਉਂਕਿ ਉਹਦੇ ਜਥੇਦਾਰ ਆ ਭਾਈ। ਉਹ ਵੇਖ ਲੈਣ ਵੀ ਉਹਨਾਂ ਦੀ ਇਹ ਆਤਮਾ ਕੀ ਕਹਿੰਦੀ ਆ ਵੀ ਕੀ ਹੋਣਾ ਚਾਹੀਦਾ, ਤੇ ਜਾਂ ਸੰਗਤ। ਬਸ ਮੈਂ ਇਹਦਾ ਜਵਾਬ ਇਹੀ ਦਿੰਦਾ, ਇਹ ਤੋਂ ਵੱਧ ਕੁਛ ਨਹੀਂ। ਦਿਲ ਦੀਆਂ ਗਹਿਰਾਈਆਂ ਤੋਂ ਵੀਰ ਜੀ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਾਡੇ ਅਕਾਲ ਚੈਨਲ ਦੇ ਰਾਹੀਂ ਲੱਖਾਂ ਦਰਸ਼ਕਾਂ ਦੇ ਰੂਬਰੂ ਹੋਏ ਹੋ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਬੋਲਦਿਆਂ ਇੱਕ ਨੇ ਅਨੇਕ ਭੁੱਲਾਂ ਹੋ ਜਾਂਦੀਆਂ, ਵਿਚਾਰ ਵਟਾਂਦਰੇ ਕਰਦਿਆਂ ਮੈਂ ਆਪਣੇ ਵਿਚਾਰ ਰੱਖੇ ਆ। ਮਰਜ਼ਾਦਾ ਦਾ ਪੈਮਾਨਾ ਨਹੀਂ ਹੈਗਾ ਸੁਖਜੀਤ ਸਿੰਘ, ਮਰਜ਼ਾਦਾ ਦਾ ਪੈਮਾਨਾ ਸ੍ਰੀ ਅਕਾਲ ਤਖਤ ਸਾਹਿਬ ਆ। ਕਿਤੇ ਕੋਈ ਇਹ ਨਾ ਸਮਝ ਲੈ ਕਿ ਇਹ ਐਂ ਕਰਨਾ ਚਾਹੁੰਦਾ। ਖਰੀ ਉਤਰਦੀ ਆ ਗੁਰਮਤਿ ਦੀ ਘਸਵੱਟੀ ਤੇ ਉਹਨੂੰ ਰੱਖ ਲਿਆ ਜਾਵੇ, ਜੇ ਨਹੀਂ ਤਾਂ ਉਹਨੂੰ ਛਾਂਟ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਸ ਵੀਰ ਸੁਖਜੀਤ ਸਿੰਘ ਖੋਸਾ ਜੀ ਜਿਨ੍ਹਾਂ ਨੇ ਬੜੇ ਸੁੰਦਰ ਅੰਦਾਜ਼ ਦੇ ਵਿੱਚ ਆਪਣੀ ਗੱਲ ਰੱਖੀ ਹੈ। ਅਖੀਰਲੀ ਗੱਲ ਬੜੀ ਕਮਾਲ ਸੀ ਕਿ ਮਰਿਆਦਾ ਦਾ ਪੈਮਾਨਾ ਸੁਖਜੀਤ ਸਿੰਘ ਖੋਸਾ ਨਹੀਂ ਹੈ, ਔਰ ਇਹ ਗੱਲ ਬਿਲਕੁਲ ਦਰੁਸਤ ਹੈ। ਮਰਿਆਦਾ ਦਾ ਪੈਮਾਨਾ ਵਾਕਈ ਇਨਸਾਨ ਨਹੀਂ ਹੋ ਸਕਦਾ, ਜਾਂ ਉਹਦਾ ਇੱਕ ਬੋਲ ਜਾਂ ਉਹਦਾ ਇੱਕ ਲੈਕਚਰ ਨਹੀਂ ਹੋ ਸਕਦਾ। ਸਾਨੂੰ ਇਹ ਦੇਖਣਾ ਪੈਣਾ ਹੈ ਕਿ ਮਰਿਆਦਾ ਸਾਡੀ ਰਿਟਨ ਦੇ ਵਿੱਚ ਜੋ ਹੈ ਅਸੀਂ ਉਹਨੂੰ ਬਹਾਲ ਕਰਨ ਦੇ ਲਈ ਕੀ ਕੁਝ ਕਰਦੇ ਹਾਂ। ਅਤੇ ਜਿਹੜੀ ਅਖੀਰ 'ਤੇ ਵੀਰ ਜੀ ਨੇ ਗੱਲਬਾਤ ਕੀਤੀ ਹੈ ਕਿ ਮੇਰੇ 'ਤੇ ਲੱਗੇ ਹੋਏ ਇਲਜ਼ਾਮ ਸਾਬਤ ਹੋ ਜਾਣ, ਮੈਂ ਐਸੇ ਸਿਰ ਨੂੰ ਕੁਛ ਨਹੀਂ ਕਰਨਾ ਜਿਹੜਾ ਆਪਣੇ ਗੁਰੂ ਨੂੰ ਵੇਚਣ ਲੱਗ ਪਵੇ ਅਤੇ ਮੇਰਾ ਸਿਰ ਲੈ ਜਾਣ। ਖੈਰ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦਰਸ਼ਕੋ ਦੁਬਾਰਾ ਹਾਜ਼ਰ ਹੋਵਾਂਗਾ ਕਿਸੇ ਹੋਰ ਸ਼ਖਸੀਅਤ ਦੇ ਨਾਲ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।